श्री राग बाणी भगत बेणी जियो की पैरिया कै कर गावड़ा। एक ओंकार सतगुर प्रसाद। रे नर गर्भ कुंडल जब आचत उर्द ध्यान लिव लगा। मृतक पिंड पद मद ना ऐनिस एक अज्ञान सो नागा। ते दिन संभल कष्ट महा दुख अब चित अदक पसारिया। गर्भ छोड़ मृत मंडल आया तो नरहर मनो बिसारिया। फिर पछताएगा मूड़िया तू कवन कुमत परम भागा। चेत राम नाहि जामपुर जाएगा जन बिचरै अनुराधा। रहाओ बाल बिनोद चिंद रस लागा। खिन खिन मोह व्यापै रस मिस मेध अमृत बिख चाखी। तो पंच प्रगट संतापै जप तप संयम छोड़ सुकृत मत। राम नाम ना आराध्या उछलिया काम काल मत लागी। तो आन सकत गल बांधिया तरुण तेज पर त्रै मुख जो है। सर अपसर ना पछाणिया उन्मत काम महाबिख भूलै। पाप पुन ना पछाणिया सुत संपत दे ए मन गर्भया। राम हृदय तै खोया अवर मरत माया मन डोले। तो भग मुख जन्म विगोया। पुंडर केस कुसम ते धौले सपत पताल की बाणी। लोचन श्रमै बुद्ध बल नाठी ता काम पावस माधानी। ताते बिखै भई मत पावसो काया कमल कुमलाना। अवगत बाण छोड़ मृत मंडल तो पाछै पछताना। निकुटी दे देख तुन उपजै मान करत नहीं बूझै। लालच करै जीवन पद कारण लोचन कछु न सूझै। थाका तेज उड्या मन पंखी
ਘਰ ਆਂਗਣ ਨਾ ਸੁਖਾਈ। ਬੇਣੀ ਕਹੈ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਸ਼੍ਰੀ ਰਾਗ ਰਵਿਦਾਸ ਜੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜੋ ਪੈ ਹਮ ਨਾ ਪਾਪ ਕਰੰਤਾ, ਅਹੈ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ, ਰਹਾਉ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਨੀਜੈ, ਜਨ ਤੇ ਸੁਆਮੀ। ਸਰੀਰ ਆਰਾਧੈ ਮੋਕੋ ਵਿਚਾਰ ਦਿਓ, ਰਵਿਦਾਸ ਸਮਦਲ ਸਮਝਾਵੈ ਕੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 93 ਤੇ ਸ਼੍ਰੀ ਰਾਗ ਵਿੱਚ ਭਗਤ ਬੇਣੀ ਜੀ ਦੀ ਬਾਣੀ ਹੈ। ਸ਼੍ਰੀ ਰਾਗ ਦੇ ਵਿੱਚ ਤਾਂ ਇਸ ਰਾਗੀਆਂ ਵਾਸਤੇ ਪਹਿਰਾਂ ਕੇ ਕਰ ਗਾਵਣਾ ਧੁਨ ਹੈ। ਇਸ ਧੁਨ ਵਿੱਚ ਗਾਉਣ ਦੀ ਹਦਾਇਤ ਕਰਦੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਔਰ ਸਾਰਿਆਂ ਜਿੱਥੇ ਵੀ ਬਾਣੀ ਲਿਖੀ ਜਾਂਦੀ ਹੈ, ਇੱਕ ਓਂਕਾਰ ਸਤਿਗੁਰ ਪ੍ਰਸਾਦ ਛੋਟਾ ਮੂਲ ਮੰਤਰ ਗੁਰੂ ਦਾ ਜਿਹੜਾ ਉਪਦੇਸ਼ ਹੈ ਜ਼ਰੂਰ ਲਿਖਿਆ ਜਾਂਦਾ ਹੈ। ਸ਼ੈਲੀ ਹੈ ਰੇ ਨਰ ਗਰਭ ਕੁੰਡਲ ਜਬ ਆਛਤ, ਉਰਦ ਧਿਆਨ ਨਿਵ ਲਾਗਾ। ਭਗਤ ਬੇਣੀ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਦਾ ਧਿਆਨ ਜਿਹੜਾ ਹੈ ਸੁਰਤ ਖਿੱਚ ਰਹੇ ਹਨ ਕਿ ਜਦੋਂ ਤੂੰ ਜੀਵ ਸੰਸਾਰ ਤੇ ਅਜੇ ਪੈਦਾ ਨਹੀਂ ਸੈਂ ਹੋਇਆ, ਗਰਭ ਕੁੰਡਲ ਦੇ ਵਿੱਚ ਸੈਂ, ਮਾਂ ਦੇ ਗਰਭ ਵਿੱਚ ਸੈਂ, ਤਦੋਂ ਤੇਰੀ ਸੁਰਤ ਉੱਚੇ ਪ੍ਰਭੂ ਦੇ ਧਿਆਨ ਵਿੱਚ ਜੁੜੀ ਹੋਈ ਸੀ। ਉਰਦ ਧਿਆਨ ਭਾਵ ਉੱਚਾ, ਉੱਚੇ ਧਿਆਨ ਵਿੱਚ ਉਸ ਪਰਮੇਸ਼ਰ ਦੇ ਧਿਆਨ ਵਿੱਚ ਜੁੜੀ ਹੋਈ ਸੀ। ਤੂੰ ਗਰਭ ਵਿੱਚ ਸੈਂ, ਆਛਤ ਮੈਂ ਨਾ ਹੁੰਦਾ ਸੈਂ। ਜਦੋਂ ਗਰਭ ਕੁੰਡਲ ਵਿੱਚ ਭਾਵ ਮਾਂ ਦੇ ਪੇਟ ਦੇ ਗਰਭ ਵਿੱਚ ਆਛਤ ਮੈਂ ਨਾ ਜਦੋਂ ਤੂੰ ਸੈਂ, ਤੇ ਤੇਰੇ ਧਿਆਨ ਜਿਹੜਾ ਤੇਰੀ ਸੁਰਤ ਦਾ ਇਹ ਬੜਾ ਉੱਚੇ ਉਸ ਪ੍ਰਭੂ ਨਾਲ ਜੁੜਿਆ ਹੋਇਆ ਸੀ। ਮਿਰਤਕ ਪਿੰਡ ਪਦ ਮਦ ਨਾ ਐਨਿਸ, ਏਕ ਅਗਿਆਨ ਸੋ ਨਾਗਾ। ਭਗਤ ਜੀ ਕਹਿੰਦੇ ਨੇ ਕਿ ਮਿਰਤਕ ਪਿੰਡ ਮਿੱਟੀ ਦੇ ਗੋਲੇ ਵਿੱਚ, ਸਰੀਰ ਵਿੱਚ, ਉਦੋਂ ਤੇਰਾ ਰੂਪ ਮਿੱਟੀ ਦਾ ਹਿਸਾਬ ਦਾ ਇੱਕ ਗੋਲਾ ਜਿਹਾ ਸੀ। ਤੇਰੀ ਹੋਂਦ ਹਸਤੀ ਨਹੀਂ ਸੀ ਤੈਨੂੰ ਪਤਾ, ਤੇ ਨਾ ਹੀ ਤੈਨੂੰ ਹੰਕਾਰ ਸੀ ਉੱਥੇ ਮਾਂ ਦੇ ਪੇਟ ਵਿੱਚ। ਮਿੱਟੀ ਦੇ ਗੋਲੇ ਵਾਂਗੂ, ਮਿੱਟੀ ਦਾ ਗੋਲਾ ਜਿਹਾ ਹੁੰਦਾ ਹੈ। ਨਾ ਤੈਨੂੰ ਆਪਣੀ ਹੋਂਦ ਦਾ ਪਤਾ ਸੀ ਕਿ ਮੇਰਾ ਸਰੀਰ ਹੈ, ਤੇ ਨਾ ਤੈਨੂੰ ਇਸ ਦਾ ਮਾਣ ਸੀ, ਕੋਈ ਹੰਕਾਰ ਵੀ ਨਹੀਂ ਸੀ। ਤੇ ਉਸ ਜਗ੍ਹਾ ਤੇ ਜਿੱਥੇ ਤੂੰ ਸੈਂ, ਦਿਨ ਨਾ ਰਾਤ ਸੀ ਉੱਥੇ।
ਅਹਿ ਮੈਂ ਨਾ ਦਿਨ ਨਿਸ ਮੈਂ ਨਾ ਰਾਤ। ਉੱਥੇ ਦਿਨ ਰਾਤ ਦਾ ਕੋਈ ਅਸਰ ਨਹੀਂ ਸੀ। ਏਕ ਅਗਿਆਨ ਸੋ ਨਾਗਾ। ਪ੍ਰਭੂ ਨੂੰ ਸਿਮਰਦਾ ਸੈਂ ਤੂੰ, ਦਿਨ ਰਾਤ ਦਾ ਤੈਨੂੰ ਪਤਾ ਨਹੀਂ ਸੀ, ਨਾ ਤੈਨੂੰ ਹੰਕਾਰ ਸੀ, ਨਾ ਤੈਨੂੰ ਸਰੀਰ ਦਾ ਪਤਾ ਸੀ ਵੀ ਸਰੀਰ ਹੈ ਕਿ ਨਹੀਂ ਹੈ। ਫਿਰ ਆਉਣ ਦਾ ਤੈਨੂੰ ਨਹੀਂ ਸੀ ਪਤਾ, ਤੇ ਤੇਰੇ ਅੰਦਰ ਅਗਿਆਨਤਾ ਦੀ ਅਣਹੋਂਦ ਸੀ। ਅਗਿਆਨਤਾ ਦੀ ਹੋਂਦ ਸੀ, ਤੈਨੂੰ ਮਾਇਆ ਨਹੀਂ ਸੀ ਚੰਬੜੀ ਹਜੇ। ਤੂੰ ਪਰਮੇਸ਼ਰ ਨਾਲ ਜੁੜਿਆ ਹੋਇਆ ਸੈਂ। ਤੇ ਦਿਨ ਸੰਭਲ ਕਸ਼ਟ ਮਹਾ ਦੁਖ। ਅਬ ਚਿਤ ਅਦਕ ਪਸਾਰਿਆ। ਗਰਭ ਛੋੜ ਮਿਰਤ ਮੰਡਲ ਆਇਆ। ਤੋ ਨਰ ਹਰ ਮਨੋ ਵਿਸਾਰਿਆ। ਬੇਣੀ ਜੀ ਇੱਥੇ ਸਾਨੂੰ ਸਮਝਾ ਰਹੇ ਹਨ ਕਿ ਭਲਿਆ ਤੇ ਦਿਨ ਸੰਭਲ, ਉਹ ਦਿਨ ਚੇਤੇ ਕਰ। ਹੁਣ ਤੂੰ ਬਾਹਰ ਸੰਸਾਰ ਵਿੱਚ ਆ ਗਿਆ ਹੈ, ਤੂੰ ਇਹ ਉਹ ਦਿਨ ਚੇਤੇ ਕਰ ਜਦੋਂ ਮਾਂ ਦੇ ਗਰਭ ਵਿੱਚ ਸੈਂ ਤੇ ਛੋਟਾ ਜਿਹਾ ਗੋਲਾ ਸੈਂ, ਤੈਨੂੰ ਰੱਬ ਦੇ ਨਾਲ ਤੇਰੀ ਸੁਰਤ ਜੁੜੀ ਸੀ। ਉਹ ਉਦੋਂ ਤੈਨੂੰ ਕਸ਼ਟ ਵੀ ਬਹੁਤ ਸੀ, ਕਸ਼ਟ ਮਹਾ ਦੁੱਖ, ਭਾਵ ਬੜੇ ਕਲੇਸ਼ ਤੇ ਤਕਲੀਫਾਂ ਸਨ ਤੈਨੂੰ ਉੱਥੇ। ਪਰ ਹੁਣ ਤੂੰ ਆਪਣੇ ਮਨ ਨੂੰ ਦੁਨੀਆ ਦੇ ਜੰਜਾਲਾਂ ਵਿੱਚ ਫਸਾ ਰੱਖਿਆ ਹੈ। ਸੰਸਾਰ ਦੇ ਵਿੱਚ ਆ ਕੇ ਸੰਸਾਰਿਕ ਝਮੇਲਿਆਂ ਦੇ ਵਿੱਚ ਪਿਆਰ ਮੋਹ ਪਰਿਵਾਰ ਦੇ ਮੋਹ ਵਿੱਚ ਫਸਿਆ ਪਿਆ ਹੈ। ਗਰਭ ਛੋੜ ਮਿਰਤ ਮੰਡਲ ਆਇਆ। ਤੋ ਨਰ ਹਰ ਮਨੋ ਵਿਸਾਰਿਆ। ਮਾਂ ਦੇ ਪੇਟ, ਮਾਂ ਦਾ ਪੇਟ ਛੱਡ ਕੇ ਜਦੋਂ ਤੂੰ ਜਗਤ ਵਿੱਚ ਆਇਆ ਹੈ ਤੇ ਤਦੋਂ ਤੋਂ ਤੂੰ ਆਪਣੇ ਨਿਰੰਕਾਰ ਨੂੰ ਭੁਲਾ ਛੱਡਿਆ ਹੈ। ਤੂੰ ਉਹ ਦਿਨ ਚੇਤੇ ਕਰ ਜਦੋਂ ਤੂੰ ਮਾਂ ਦੇ ਵਿੱਚ ਪੇਟ ਦੇ ਵਿੱਚ ਦੁੱਖ ਸਹਾਰ ਰਿਹਾ ਸੈਂ, ਬਹੁਤ ਕਸ਼ਟ ਵਿੱਚ ਸੈਂ, ਉਦੋਂ ਰੱਬ ਨਾਲ ਜੁੜਿਆ ਸੈਂ, ਤੇ ਹੁਣ ਤੂੰ ਸੰਸਾਰ ਦੇ ਮੋਹ ਵਿੱਚ ਪੈ ਕੇ ਨਰ ਹਰ ਨੂੰ, ਉਸ ਪਰਮੇਸ਼ਰ ਨੂੰ ਭੁਲਾ ਛੱਡਿਆ ਹੈ। ਹੁਣ ਕਹਿੰਦੇ ਫਿਰ ਪਛਤਾਏਂਗਾ ਮੂੜਿਆ। ਤੂੰ ਕਵਣ ਕੁਮਤ ਭਰਮ ਲਾਗਾ। ਚੇਤ ਰਾਮ ਨਹੀਂ ਜੰਪੁਰ ਜਾਏਗਾ। ਜਨ ਵਿਚਰੈ ਅਨੁਰਾਧਾ। ਕਹਿੰਦੇ ਮੂੜਿਆ ਮੂਰਖਾ, ਤੂੰ ਕਿਹੜੀ ਮੱਤੇ ਲੱਗ ਗਿਆ ਹੈ। ਤੂੰ ਕਵਣ ਕਮਤ ਭਰਮ ਲਾਗਾ, ਕਿਹੜੇ ਭੁਲੇਖੇ 'ਚ ਪੈ ਗਿਆ, ਭਰਮਾਂ 'ਚ ਪੈ ਗਿਆ। ਸੰਸਾਰ ਦੇ ਮੋਹ ਵਿੱਚ ਪੈ ਕੇ ਕਿਹੜੇ ਭੁਲੇਖੇ 'ਚ ਪੈ ਗਿਆ, ਕਿਹੜੀ ਮੱਤੇ ਲੱਗ ਗਿਆ ਮੂਰਖਾ। ਫਿਰ ਪਛਤਾਏਂਗਾ। ਸਮਾਂ ਹੱਥੋਂ ਨਿਕਲ ਗਿਆ, ਜ਼ਿੰਦਗੀ ਦਾ ਸਮਾਂ ਮਿਲਿਆ ਹੋਇਆ ਜਦੋਂ ਇਹ ਬੀਤ ਗਿਆ, ਮਾਇਆ ਵਿੱਚ ਜੁੜਿਆ ਹੀ, ਤਾਂ ਫਿਰ ਤੈਨੂੰ ਹੱਥ ਮਲਣੇ ਪੈਣਗੇ, ਪਛਤਾਉਣਾ ਪਏਗਾ। ਫਿਰ ਕੀ ਕਰਨਾ ਚਾਹੀਦਾ ਹੈ। ਚੇਤ ਰਾਮ ਨਹੀਂ ਜੰਪੁਰ ਜਾਏਗਾ। ਜਨ ਵਿਚਰੈ ਅਨੁਰਾਧਾ। ਹੁਣ ਕਹਿੰਦੇ ਫਿਰ ਤੂੰ ਰੱਬ ਸਿਮਰ ਲੈ, ਪ੍ਰਭੂ ਦਾ ਨਾਮ, ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ, ਉਹਦੀ ਰਜ਼ਾ ਨੂੰ ਸਮਝ, ਉਹ ਰੱਬ ਦੀ ਮਰਜ਼ੀ ਕੀ ਹੈ, ਉਹਦਾ ਕਾਨੂੰਨ ਕੀ ਹੈ, ਉਹਦਾ ਨਾਮ ਕੀ ਹੈ। ਤੇ ਜੇ ਨਹੀਂ ਕਰੇਗਾ ਤਾਂ ਜੰਪੁਰ ਜਾਏਗਾ। ਜੰਪੁਰੀ ਵਿੱਚ ਧੱਕਿਆ ਜਾਏਗਾ ਫਿਰ ਤੈਨੂੰ। ਜੇ ਨਹੀਂ ਧਿਆਨ ਕਰੇਗਾ, ਸੁਰਤ ਨਹੀਂ ਜੋੜੇਗਾ ਪ੍ਰਭੂ ਦੇ ਨਾਮ ਵਿੱਚ, ਉਹਦੀ ਰਜ਼ਾ ਵਿੱਚ, ਜੰਪੁਰ ਨੂੰ ਧੱਕਿਆ ਜਾਏ। ਨਹੀਂ ਤਾਂ ਜੰਪੁਰ ਜਾਏਗਾ। ਤੇ ਜਨ ਭਾਵ ਸੇਵਕ, ਪ੍ਰਭੂ ਦਾ ਸੇਵਕ ਭਗਤ ਬੇਣੀ ਜੀ ਕਹਿੰਦੇ ਨੇ
ਅਨੁਰੋਧ ਕਰਦੇ ਨੇ ਅਨੁਰਾਧਾ, ਤੈਨੂੰ ਅਨੁਰੋਧ ਕਰਦੇ ਨੇ, ਬੇਨਤੀ ਕਰਦੇ ਨੇ, ਵਿਚਰੇ ਮੈਂ ਨਾ ਆਖ ਕੇ ਬਈ ਜਿਵੇਂ ਕੋਈ ਅਮੋੜ ਬੰਦਾ ਫਿਰਦਾ ਹੈ ਇਸ ਤਰ੍ਹਾਂ ਹੀ ਵਿਚਰੇਗਾ ਤੂੰ, ਇਵੇਂ ਹੀ ਅਮੋੜ ਵਾਂਗੂ ਫਿਰਦਾ ਰਹੇਗਾ ਤੂੰ, ਤੱਕਿਆ ਜਾਏਗਾ ਜਮਾਪੁਰੀ ਵਿੱਚ। ਬਾਲ ਬਿਨੋਦ ਚਿੰਦ ਰਸ ਲਾਗਾ, ਖਿਨ ਖਿਨ ਮੋਹ ਵਿਆਪੈ, ਰਸ ਮਿਸ ਮੇਦ ਅੰਮ੍ਰਿਤ ਬਿਕ ਚਾਖੀ, ਤੋ ਪੰਚ ਪ੍ਰਗਟ ਸੰਤਾਪੈ। ਬਾਲ ਵਿਨੋਦ, ਜਦੋਂ ਤੇਰਾ ਬਚਪਨਾ ਸੀ ਖੇਡਾਂ 'ਚ ਗੁਜ਼ਰ ਗਿਆ, ਵਿਨੋਦ ਵਿੱਚ ਹੀ, ਖੇਡਾਂ ਵਿੱਚ ਹੀ। ਉਮਰ ਹੈ, ਮਾਂ ਦੇ ਘਰ ਵਿੱਚੋਂ ਨਿਕਲਿਆ, ਸੰਸਾਰ ਵਿੱਚ ਆਇਆ, ਬਚਪਨੇ ਦੇ ਵਿੱਚ ਬੱਚਿਆਂ ਦੇ ਨਾਲ ਖੇਡ ਖੇਡ ਕੇ ਸਮਾਂ ਗਵਾ ਲਿਆ। ਫਿਰ ਚਿੰਦ ਰਸ ਲਾਗਾ, ਜਿਹੜਾ ਧਿਆਨ ਹੈ ਤੇਰਾ ਚਿੰਦ, ਰਸ ਖਾਣ ਪੀਣ ਦਾ ਲੱਗ ਗਿਆ, ਰਸਾਂ ਵਿੱਚ ਪੈ ਗਿਆ। ਥੋੜਾ ਵੱਡਾ ਹੋਇਆ ਤੇ ਖਾਣ ਪੀਣ ਦੇ ਚਸਕੇ ਲੱਗ ਗਏ। ਪਹਿਲੇ ਪਿਆਰ ਲਗਾ ਤਨ ਦੋ, ਦੂਜੇ ਮਾਏ ਬਾਪ ਕੀ ਸੋ, ਤੀਜੇ ਭਈਆ ਭਾਬੀ ਪੇ, ਚੌਥੇ ਪਿਆਰੋ ਪੰਨੀ ਖੇੜ, ਪੰਜਵੇਂ ਖਾਣ ਪੀਣ ਕੀ ਧਾਤ, ਖਾਣ ਪੀਣ ਦਾ ਚਸਕਾ ਪੈ ਗਿਆ। ਥੋੜਾ ਵੱਡਾ ਹੋਇਆ ਤੇ ਚਿੰਦ ਰਸ ਲਾਗਾ, ਰਸਾਂ ਵਿੱਚ ਪੈ ਗਿਆ। ਤੇ ਫਿਰ ਖਿਨ ਖਿਨ ਮੋਹ ਵਿਆਪੈ, ਤੇ ਸਦਾ ਹੀ ਇਹਨਾਂ ਦੇ ਮੋਹ ਵਿੱਚ ਹੀ ਫਸਿਆ ਰਹਿ ਗਿਆ, ਖਾਣ ਪੀਣ ਦੇ ਵਿੱਚ, ਰਸਾਂ ਵਿੱਚ, ਖੇਡਣ ਵਿੱਚ, ਸੰਸਾਰਿਕ ਮੋਹ ਵਿੱਚ ਹੀ ਫਸ ਗਿਆ। ਖਿਨ ਖਿਨ ਮੋਹ ਵਿਆਪੈ, ਭਾਵ ਦਿਨ ਪ੍ਰਤੀ ਦਿਨ ਤੈਨੂੰ ਮੋਹ ਵਿਆਪਦਾ ਗਿਆ। ਰਸ ਮਿਸ ਮੇਦ ਅੰਮ੍ਰਿਤ ਬਿਕ ਚਾਖੇ, ਤੋ ਪੰਚ ਪ੍ਰਗਟ ਸੰਤਾਪੈ। ਹੁਣ ਜਦੋਂ ਤੂੰ ਮਾਇਆ ਰੂਪ ਜ਼ਹਿਰ ਨੂੰ ਰਸਾਂ ਆਦਿਕ ਤੇ ਪਵਿੱਤਰ ਅੰਮ੍ਰਿਤ ਸਮਝ ਕੇ ਚਖਿਆ, ਮਾਇਆ ਰੂਪ ਜ਼ਹਿਰ ਜਿਹੜਾ ਸੀ ਉਹਨੂੰ ਰਸਦਾਇਕ ਮੰਨ ਲਿਆ ਵਾ, ਬੜਾ ਮਿੱਠਾ ਲੱਗਦਾ ਹੈ। ਇਹ ਮਾਇਆ ਦਾ ਸਵਾਦ ਬੜਾ ਮਿੱਠਾ ਲੱਗਦਾ ਹੈ, ਪਰ ਜਦੋਂ ਉਗਦਾ ਹੈ ਬੜਾ ਕੌੜਾ ਹੁੰਦਾ ਹੈ। ਅੰਮ੍ਰਿਤ ਰਸ ਚਾਖੀ, ਅੰਮ੍ਰਿਤ ਬਿਖ ਚਾਖੀ, ਵਿਖ ਸੀ, ਜ਼ਹਿਰ ਸੀ ਇਹ, ਤੇ ਤੂੰ ਅੰਮ੍ਰਿਤ ਸਮਝ ਕੇ ਖਾ ਗਿਆ ਹੈ, ਵਰਤ ਰਿਹਾ ਹੈ। ਰਸ ਮਿਸ, ਰਸਾਂ ਵਿੱਚ ਲੱਗ ਕੇ ਤੇ ਇਹਦੇ ਵਿੱਚ ਲੱਗ ਗਿਆ ਹੈ, ਅੰਮ੍ਰਿਤ ਸਮਝ ਕੇ ਚਖ ਰਿਹਾ ਹੈ। ਤਦੋਂ ਫਿਰ ਤੈਨੂੰ ਇਹਨਾਂ ਦੇ ਖਾਣ ਤੋਂ ਬਾਅਦ ਤੋਂ ਪੰਚ ਪ੍ਰਗਟ ਸੰਤਾਪੇ, ਤੈਨੂੰ ਪੰਜੇ ਕਮਾਦਕ ਖੁੱਲੇ ਤੌਰ ਤੇ ਸਤਾ ਰਹੇ ਹਨ। ਹੁਣ ਫਿਰ ਕਿਉਂ ਰਸਾਂ ਵਿੱਚ ਪੈ ਕੇ, ਤੇ ਫਿਰ ਇਹ ਪੰਜ ਜਿਹੜੇ ਨੇ ਕਾਮਾਦਿਕ, ਕਾਮ, ਕ੍ਰੋਧ, ਲੋਭ, ਮੋਹ, ਇਹ ਸਾਰੇ ਆ ਕੇ ਜਕੜ ਲੈਣਗੇ। ਕਿਉਂਕਿ ਸੰਸਾਰ ਦੇ ਮੋਹ ਵਿੱਚ ਪੈ ਗਿਆ, ਸੰਸਾਰ ਦੇ ਪਦਾਰਥਾਂ ਵਿੱਚ ਪੈ ਗਿਆ, ਪਰਿਵਾਰਾਂ ਦੇ ਮੋਹ 'ਚ ਪੈ ਗਿਆ, ਤੇ ਫਿਰ ਕਾਮਾਦਿਕ ਤੰਗ ਇਹਦੇ ਨਾਲ ਹੀ ਜੁੜੇ ਹੋਏ ਨੇ। ਨਾਲ ਹੀ ਗੁੱਸਾ ਆਏਗਾ, ਕ੍ਰੋਧ ਆਏਗਾ, ਸਾਰਾ ਕੁਝ ਹੀ ਨਾਲ ਆਏਗਾ, ਅਹੰਕਾਰ ਆਏਗਾ। ਜਪ ਤਪ ਸੰਜਮ ਛੋੜ ਸੁਕਿਰਤ ਮਤ, ਰਾਮ ਨਾਮ ਨਾ ਅਰਾਧਿਆ, ਉਚਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਕਤ ਗਲ ਬਾਂਧਿਆ। ਕਹਿੰਦੇ ਨੇ ਜਪ ਤਪ ਸੰਜਮ ਤੇ ਕਰਮ ਕਰਨ ਵਾਲੀ ਬੁੱਧ ਤੂੰ ਛੱਡ ਬੈਠਾ ਹੈ, ਭਾਵ ਉਸ ਪਰਮੇਸ਼ਰ ਨਾਲ ਜੁੜਨ ਵਾਲਾ ਜਿਹੜਾ ਆਹਰ ਸੀ ਉਹ ਨਹੀਂ ਕੀਤਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਦਰੈ, ਵਿਰਲਾ ਬੂਝੈ ਕੋਏ, ਤੂੰ ਉਸ ਨਹੀਂ ਸਮਝਿਆ, ਉਹ ਪਾਸਾ ਨਹੀਂ ਸਮਝਿਆ। ਜਪ ਤਪ ਵਾਲਾ, ਸੰਜਮ ਵਾਲਾ, ਸਰੀਰ ਨੂੰ ਨਿਯਮ 'ਚ ਰੱਖਣਾ, ਇਹ ਛੋੜ ਕੇ ਸੁਕਿਰਤ
ਮੱਤ ਵੀ ਛੱਡ ਦਿੱਤੀ, ਇਸ ਪਾਸੇ ਨਹੀਂ ਲੱਗਾ ਤੇ ਰਾਮ ਨਾਮ ਨਾ ਆਰਾਧਿਆ, ਪ੍ਰਭੂ ਦੇ ਨਾਮ ਨੂੰ ਵੀ ਨਹੀਂ ਸਿਮਰਦਾ ਤੂੰ, ਭਾਵ ਉਹ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਨਹੀਂ ਕਰਦਾ, ਪ੍ਰਭੂ ਦੇ ਨਾਮ ਨੂੰ ਚੇਤੇ ਨਹੀਂ ਕਰਦਾ, ਪਰਮਾਤਮਾ ਨੂੰ ਕੋਈ ਕੰਮ ਕਰਦਿਆਂ ਹੋਇਆਂ ਪ੍ਰਭੂ ਦੇ ਗੁਣਾਂ ਨੂੰ ਚੇਤੇ 'ਚ ਨਹੀਂ ਰੱਖਦਾ। ਫਿਰ ਉਛਲਿਆ ਕਾਮ ਕਾਲ ਮਤ ਲਾਗੀ, ਤੋ ਆਨ ਸਗਲ ਆਨ ਸਕਤ ਗਲ ਬੰਦਿਆ। ਕਾਲ ਉਛਲਿਆ ਕਾਮ ਕਾਲ ਮਤ ਲਾਗੀ, ਤੇਰੇ ਅੰਦਰ ਕਾਮ ਜੋਰਾਂ ਵਿੱਚ ਹੋ ਰਿਹਾ ਹੈ, ਕਾਮ ਵਾਸ਼ਨਾ ਜਾਗ ਰਿਹਾ ਹੈ ਸੰਸਾਰ ਨਾਲ ਜੁੜ ਕੇ, ਭੈੜੇ ਪਾਸੇ ਤੇਰੀ ਬੁੱਧੀ ਲੱਗੀ ਹੋਈ ਹੈ, ਤੇਰੀ ਬੁੱਧ ਮਤ ਜਿਹੜੀ ਹੈ ਨਾ, ਕਾਲ ਮਤ ਲਾਗੀ, ਕਾਲ ਵਿੱਚ ਲੱਗੀ ਹੋਈ ਹੈ, ਭੈੜੇ ਪਾਸੇ ਲੱਗੀ ਹੋਈ ਹੈ, ਕਾਲਖ ਵਾਲੇ ਪਾਸੇ, ਭੈੜੇ ਪਾਸੇ ਤੇਰੀ ਬੁੱਧ ਜਿਹੜੀ ਲੱਗੀ ਹੈ ਮਤ। ਤੇ ਫਿਰ ਕਾਮਾਤੁਰ ਹੋ ਕੇ, ਕਾਮ ਵਾਸਨਾ 'ਚ ਅੰਨਾ ਹੋ ਕੇ ਤੂੰ ਇਸਤਰੀ ਨੂੰ ਲਿਆ ਕੇ ਗਲ ਲਾ ਲਿਆ, ਇਸਤਰੀ ਨੂੰ ਗਲ ਲਾ ਕੇ ਲਾ ਲਿਆ ਹੈ। ਤੇ ਫਿਰ ਹੁਣ ਤਰਨ ਤੇਜ ਪਰ ਤ੍ਰੈ ਮੁਖ ਜੋ ਹੈ, ਸਾਰੇ ਅਪਸਰ ਨਾ ਬਚਾਣਿਆ। ਤੇਰੇ ਅੰਦਰ ਜਵਾਨੀ ਦਾ ਜੋਸ਼, ਤਰੁਣ ਤੇਜ, ਤੇਜ ਮਨਾ ਤਾਕਤ, ਜਵਾਨੀ ਦੀ ਤਾਕਤ, ਜਵਾਨੀ ਦਾ ਜੋਸ਼। ਪਰ ਤ੍ਰੈ ਮੁਖ ਜੋ ਹੈ, ਪਰਾਈਆਂ ਜਨਾਨੀਆਂ ਦੇ ਮੂੰਹ ਤੱਕਦਾ ਫਿਰਦਾ ਹੈ, ਜੋ ਹੈ ਤੱਕਦਾ ਫਿਰਦਾ ਹੈ ਪਰਾਈਆਂ ਜਨਾਨੀਆਂ ਦੇ ਜਵਾਨੀ ਦੇ ਜੋਸ਼ ਕਾਰਨ। ਵੇਲਾ ਕਵੇਲਾ ਵੀ ਤੂੰ ਨਹੀਂ ਸਮਝਦਾ, ਸਰ ਅਪਸਰ, ਚੰਗਾ ਮਾੜਾ ਸਮਾਂ, ਵਕਤ ਵੀ ਨਹੀਂ ਵਹਿੰਦਾ ਬਈ ਕਿਹੜਾ ਮਾੜਾ ਹੈ ਕਿਹੜਾ ਸਮਾਂ, ਅੰਨਾ ਹੋਇਆ ਕਾਮ ਵਾਸ਼ਨਾ 'ਚ, ਵੇਲਾ ਕਵੇਲਾ ਵੀ ਨੂੰ ਤੂੰ ਨਹੀਂ ਸਮਝਦਾ, ਤੇਰੀ ਹਾਲਤ ਇਹ ਬਣੀ ਪਈ ਹੈ। ਉਨਮਤ ਕਾਮ ਮਹਾ ਬਿਕ ਭੂਲੈ, ਪਾਪ ਪੁੰਨ ਨਾ ਪਛਾਣਿਆ। ਤੇ ਕਾਮ ਵਿੱਚ ਮਸਤ ਹੋਏ ਹੋਏ ਮਨੁੱਖ, ਹੇ ਪ੍ਰਬਲ ਮਾਇਆ ਵਿੱਚ ਭੁੱਲੇ ਹੋਏ ਮਨੁੱਖ, ਮਨਾ ਤੈਨੂੰ ਇਹ ਸਮਝ ਹੀ ਨਹੀਂ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ, ਪਾਪ ਪੁੰਨ ਨਾ ਪਛਾਣਿਆ। ਕਾਮ ਵਾਸ਼ਨਾ 'ਚ ਅੰਨਾ ਹੋਇਆ, ਮਸਤ ਹੋਇਆ, ਸੰਸਾਰ ਵਿੱਚ ਦੇ ਪਦਾਰਥਾਂ 'ਚ ਮਸਤ ਹੋਇਆ, ਇਹ ਬੁੱਧੀ ਤੇਰੀ ਬਿਲਕੁਲ ਕੰਮ ਨਹੀਂ ਕਰ ਰਹੀ, ਤੈਨੂੰ ਸਮਝ ਨਹੀਂ ਹੈ ਕਿ ਪਾਪ ਕੀ ਹੈ ਪੁੰਨ ਕੀ ਹੈ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਹਿਰਦੈ ਤੇ ਖੋਇਆ। ਪੁੱਤਰਾਂ ਨੂੰ ਵੇਖ ਕੇ, ਸੁਤ ਮਨਾ ਪੁੱਤਰ, ਸੰਪਤੀ ਸੰਪਤ, ਧਨ ਪਦਾਰਥ ਵੇਖ ਕੇ, ਪੁੱਤਰਾਂ ਨੂੰ ਵੇਖ ਕੇ ਤੇਰਾ ਮਨ ਹੰਕਾਰੀ ਹੋ ਗਿਆ ਹੈ, ਇਹ ਮਨ ਗਰਬਿਆ। ਜਦੋਂ ਤੂੰ ਆਪਣੇ ਜਵਾਨ ਪੁੱਤਰਾਂ ਨੂੰ ਵੇਖਦਾ ਹੈ, ਆਪਣੀ ਜਾਇਦਾਦਾਂ ਨੂੰ ਤੱਕਦਾ ਹੈ, ਤੇ ਤੇਰੇ ਮਨ ਵਿੱਚ ਹੰਕਾਰ ਪ੍ਰਬਲ ਹੁੰਦਾ ਹੈ, ਇਹ ਮਨ ਗਰਬਿਆ। ਤੇ ਫਿਰ ਹੰਕਾਰ ਤੇ ਫਾਟਕ ਕੇ ਨਾ ਉਹ ਦੀਵਾਰ ਭੀਤ ਬਣ ਜਾਂਦੀ ਹੈ ਉਹ ਪਰਮੇਸ਼ਰ ਅੱਗੇ। ਰਾਮ ਹਿਰਦੇ ਤੈ ਖੋਇਆ, ਪ੍ਰਭੂ ਨੂੰ ਤੂੰ ਹਿਰਦੇ ਵਿੱਚੋਂ ਵਿਸਾਰ ਬੈਠਾ ਹੈ, ਉਹਦੇ ਤੋਂ ਇਹ ਦੀਵਾਰ ਕਰ ਲਈ ਹੈ, ਹੰਕਾਰ ਦੀ ਦੀਵਾਰ। ਸੁਤ ਸੰਪਤ ਦੇਖ ਇਹ ਮਨ ਗਰਬਿਆ, ਰਾਮ ਹਿਰਦੇ ਤੇ ਖੋਇਆ। ਅਵਰ ਮਰਤ ਮਾਇਆ ਮਨ ਤੋਲੇ, ਤਉ ਭਗ ਮੁਖ ਜਨਮ ਵਿਗੋਇਆ। ਅਵਰ ਮਰਤ ਹੋਰਨਾਂ ਦੇ ਮਰਨ ਤੇ, ਤੋ ਇਸ ਤਰ੍ਹਾਂ ਭਗਮੁਖ ਭਾਗਾਂ ਨਾਲ ਮਿਲਿਆ ਹੋਇਆ ਸ੍ਰੇਸ਼ਟ ਸਮਾਂ ਜਿਹੜਾ ਹੈ, ਹੋਰਨਾਂ ਸੰਬੰਧੀਆਂ ਦੇ ਮੋਹਿਆਂ ਤੇਰਾ ਮਨ ਜਿਹੜਾ ਜਾਂਚ ਕਰਦਾ ਹੈ ਕਿ ਕਿਤਨੇ ਕੁ ਮਾਇਆ ਮਿਲੇਗੀ। ਇਸ ਤਰ੍ਹਾਂ ਤੂੰ ਆਪਣਾ ਉੱਤਮ ਤੇ ਸ੍ਰੇਸ਼ਟ ਮਨੁੱਖਾ ਜਨਮ ਅਜਾਈਂ ਗਵਾ ਰਿਹਾ ਹੈ।
ਭਾਵ ਹੋਰਨਾਂ ਦੇ ਮਰਨ ਤੇ ਵੀ ਤੂੰ ਮਾਇਆ ਹੀ ਤੱਕਣਾ ਬੈ, ਮੈਨੂੰ ਇੱਥੇ ਕੀ ਮਿਲੇਗਾ, ਮੇਰੇ ਰਿਸ਼ਤੇਦਾਰ ਕੀ ਲਿਆਉਣਗੇ ਤੇ ਮੈਨੂੰ ਇਸ ਤੋਂ ਕੀ ਬੈਨੀਫਿਟ ਹੋਏਗਾ। ਸਿਰਫ ਮਾਇਆ ਹੀ ਲੱਭਦਾ ਹੈ, ਹੋਰਨਾਂ ਦੇ ਮਰਨ ਤੇ ਵੀ ਆਪਣਾ ਜੀਵਨ ਗਵਾ ਰਿਹਾ ਹੈ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬੁੱਧ ਬਲ ਨਾਟੀ, ਤਾ ਕਾਮ ਪਾਵ ਸਮਾਧਾਣੀ। ਪੁੰਡਰ ਕੇਸ ਤੋਂ ਭਾਵ ਚਿੱਟੇ ਰੰਗ ਦਾ ਕੌਲ ਫੁੱਲ, ਕੁਸਮ ਮਨਾ ਵੀ ਫੁੱਲ, ਭਾਵ ਤੇਰੇ ਵਾਲ ਜਿਹੜੇ ਸਿਰ ਦੇ ਤੇ ਤੇਰੇ ਦਾੜੀ ਦੇ ਵਾਲ ਚਿੱਟੇ ਹੋ ਗਏ ਨੇ, ਕੌਲ ਫੁੱਲ ਤੋਂ ਵੀ ਚਿੱਟੇ ਹੋ ਗਏ ਨੇ। ਕਮਲ ਦਾ ਫੁੱਲ ਚਿੱਟੇ ਰੰਗ ਦਾ ਹੁੰਦਾ ਹੈ ਤੇ ਤੇਰੇ ਵਾਲ ਕੌਲ ਫੁੱਲ ਤੋਂ ਵੀ ਚਿੱਟੇ ਹੋ ਗਏ ਨੇ। ਪੁੰਡਰ ਕੇਸ ਕੁਸਮ ਤੇ ਧੌਲੇ, ਸਪਤ ਪਤਾਲ ਕੀ ਬਾਣੀ। ਸੱਤਾਂ ਪਤਾਲਾਂ ਚੋਂ ਜਿਵੇਂ ਤੇਰੀ ਆਵਾਜ਼ ਨਿਕਲ ਰਹੀ ਹੈ, ਭਾਵ ਤੇਰੀ ਅਵਸਥਾ, ਤੇਰੀ ਹਾਲਤ ਕਮਜ਼ੋਰ ਹੋ ਗਈ ਹੈ, ਤੂੰ ਵਡੇਰਾ ਹੋ ਗਿਆ ਹੈ, ਬੁਢਾਪਾ ਤੈਨੂੰ ਘੇਰ ਰਿਹਾ ਹੈ, ਵਾਲ ਤੇਰੇ ਚਿੱਟੇ ਕੌਲ ਫੁੱਲ ਤੋਂ ਵੀ ਚਿੱਟੇ ਹੋ ਗਏ ਨੇ ਤੇ ਤੇਰੀ ਆਵਾਜ਼ ਅੰਝ ਆ ਰਹੀ ਹੈ ਜਿਵੇਂ ਸੱਤਾਂ ਪਤਾਲਾਂ ਚੋਂ ਆ ਰਹੀ ਹੈ, ਭਾਵ ਕਮਜ਼ੋਰ ਹੋ ਗਈ, ਆਵਾਜ਼ ਵੀ ਨਹੀਂ ਨਿਕਲਦੀ, ਬਿਰਧ ਅਵਸਥਾ ਹੋਣ ਵਾਲੀ ਹੈ। ਲੋਚਨ ਸ਼ਰਮੈ ਬੁੱਧ ਬਲ ਨਾਠੀ, ਤਾਂ ਕਾਮ ਪਾਵਸ ਮਾਧਾਣੀ। ਲੋਚਨ ਮਨਾ ਅੱਖਾਂ, ਅੱਖਾਂ ਵੀ ਤੇਰੀਆਂ ਸਿਮਦੀਆਂ ਹਨ, ਅੱਖਾਂ ਚੋਂ ਪਾਣੀ ਵਗਦਾ ਹੈ, ਨੀਰ ਚੱਲ ਰਿਹਾ ਹੈ। ਬੁੱਧ ਬਲ ਨਾਠੀ, ਬੁੱਧ ਜਿਹੜੀ ਹੈ ਤੇਰੀ ਕਮਜ਼ੋਰ ਹੋ ਚੁੱਕੀ ਹੈ, ਜਿਵੇਂ ਜਵਾਨੀ ਵਿੱਚ ਫਟਾਫਟ ਬੁੱਧ ਕੰਮ ਕਰਦੀ ਸੀ ਉਸ ਤਰ੍ਹਾਂ ਨਹੀਂ ਕਰਦੀ ਹੈ, ਬਿਰਧ ਅਵਸਥਾ ਹੋ ਗਈ ਹੈ। ਤਾਂ ਕਾਮ ਪਾਵਸ ਮਾਧਾਣੀ, ਤਾਂ ਭਈ ਫਿਰ ਬੁਢੇਪੇ ਆਉਣ ਤੇ ਕਾਮ ਦੀ ਮਧਾਣੀ ਤੇਰੇ ਅੰਦਰ ਪੈ ਰਹੀ ਹੈ ਅਜੇ ਵੀ। ਤਾਂ ਵੀ ਬੁਢੇਪਾ ਹੋਣ ਤੇ ਵੀ ਤੇਰੇ ਅੰਦਰ ਕਾਮ ਦੀ ਮਧਾਣੀ, ਕਾਮ ਵਾਸ਼ਨਾ ਅਜੇ ਵੀ ਪ੍ਰਬਲ ਹੈ, ਭਾਵ ਅਜੇ ਵੀ ਕਾਮ ਦੀਆਂ ਵਾਸ਼ਨਾ ਜੋਰਾਂ ਪਾ ਰਹੀਆਂ ਹਨ। ਲੋਚਨ ਸ਼ਰਮੈ ਬੁੱਧ ਬਲ ਨਾਟੇ, ਤਾਂ ਕਾਮ ਪਾਵਸ ਮਾਧਾਣੀ। ਤਾਂ ਤੇ ਬਿਖੈ ਭਈ ਮਤ ਪਾਵਸ, ਕਾਇਆ ਕਮਲ ਕੁਮਲਾਣਾ। ਅਵਗਤ ਬਾਣ ਛੋੜ ਮਿਰਤ ਮੰਡਲ, ਤੋ ਪਾਛੈ ਪਛਤਾਣਾ। ਹੁਣ ਕਹਿੰਦੇ ਭਗਤ ਬੇਣੀ ਜੀ, ਇੰਨਾ ਹੀ ਵਾਸ਼ਨਾ ਦੇ ਕਾਰਨ ਤੇਰੀ ਬੁੱਧ ਵਿੱਚ ਵਿਖੇ, ਵਾਸ਼ਨਾ ਦੇ ਕਾਰਨ ਮਤ ਪਾਵਸ, ਵਿਸ਼ਿਆਂ ਦੀ ਝੜੀ, ਵਿਖੈ ਪਾਵਸ, ਵਿਸ਼ਿਆਂ ਦੀ ਝੜੀ। ਇਹਨਾਂ ਵਾਸ਼ਨਾ ਦੇ ਕਾਰਨ ਤੇਰੀ ਬੁੱਧ ਵਿੱਚ ਵਿਸ਼ਿਆਂ ਦੀ ਝੜੀ ਲੱਗੀ ਹੋਈ ਹੈ, ਵਿਕਾਰਾਂ ਦੀ ਝੜੀ ਲੱਗੀ ਹੈ, ਭਾਵ ਵਿਕਾਰ ਬਹੁਤ ਵੱਧ ਗਏ ਹਨ ਵਾਸ਼ਨਾ ਦੇ ਕਾਰਨ। ਕਾਇਆ ਕਮਲ ਕੁਮਲਾਨਾ, ਤੇ ਤੇਰਾ ਸਰੀਰ ਰੂਪ ਕੌਲ ਜਿਹੜਾ ਫੁੱਲ ਵਰਗਾ ਕੁਮਲਾ ਗਿਆ, ਸਰੀਰ ਰੂਪ ਕੌਲ ਫੁੱਲ ਵਰਗਾ ਸਰੀਰ ਤੇਰਾ ਕੁਮਲਾ ਗਿਆ ਹੈ। ਤੂੰ ਅਜੇ ਕਾਮ ਵਾਸ਼ਨਾ 'ਚ, ਵਿਸ਼ਿਆਂ 'ਚ ਲੱਗਾ ਪਿਆ ਹੈ ਤੇ ਵਿਸ਼ੇ ਵਿਕਾਰਾਂ ਦੀ ਝੜੀ ਲੱਗ ਗਈ ਹੈ, ਸਾਰੇ ਐਬ ਤੇਰੇ ਸਰੀਰ ਵਿੱਚ ਆ ਗਏ ਹਨ ਤੇ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ, ਕੁਮਲਾ ਗਿਆ। ਅਵਿਗਤ ਬਾਣ ਛੋੜ ਮਿਰਤ ਮੰਡਲ, ਤੋ ਪਾਛੈ ਪਛਤਾਣਾ। ਅਵਿਗਤ ਮਨਾ ਉਹ ਪਰਮਾਤਮਾ ਜਿਹੜਾ ਦਿਸਦਾ ਨਹੀਂ, ਅਵਿਗਤ ਬਾਣ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ, ਜਿਹੜਾ ਦਿਸਦਾ ਨਹੀਂ ਪਰਮਾਤਮਾ, ਉਸ ਦੇ ਬੋਲ, ਪਰਮਾਤਮਾ ਦੇ ਗਿਆਨ
ਛੋੜ ਮਿਰਤ ਮੰਡਲ ਆਇਆ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਜਗਤ ਵਿੱਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਅਵਿਗਤ ਬਾਣ ਛੋੜ ਪਰਮਾਤਮਾ ਦਾ ਭਜਨ ਛੱਡ ਕੇ ਤੇ ਤੂੰ ਜਗਤ ਵਿੱਚ ਆ ਕੇ ਮਿਰਤ ਮੰਡਲ 'ਚ ਆ ਕੇ ਤੂੰ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਮਿਰਤ ਮੰਡਲ ਦੇ ਵਿੱਚ ਮੰਡਲ ਦੇ ਲਾਲੇ ਨੂੰ ਸਿਹਾਰੀ ਹੈ, ਭਾਵ ਸੰਸਾਰ ਵਿੱਚ ਆ ਕੇ ਅਵਿਗਤ ਬਾਣ ਛੋੜ ਪਰਮਾਤਮਾ ਦਾ ਭਜਨ ਛੱਡ ਬੈਠਾ ਹੈ। ਸਮਾਂ ਵਿਆਹ ਜਾਣ ਤੇ ਸਮਾਂ ਲੰਘ ਜਾਣ ਤੇ ਪਿੱਛੋਂ ਹੱਥ ਮਲੇਗਾ ਤੋ ਪਾਛੇ ਪਛਤਾਣਾ। ਨਿਕਟੇ ਦੇ ਦੇਖ ਧੁਨ ਉਪਜੈ, ਮਾਨ ਕਰਤ ਨਹੀਂ ਬੁਝੈ। ਲਾਲਚ ਕਰੈ ਜੀਵਨ ਪਦ ਕਾਰਣ, ਲੋਚਨ ਕਛੂ ਨ ਸੂਝੈ। ਹੁਣ ਭਗਤ ਬੇਣੀ ਜੀ ਸਾਨੂੰ ਉਪਦੇਸ਼ ਦੇ ਰਹੇ ਹਨ, ਦੱਸ ਰਹੇ ਹਨ ਜੀਵਨ ਜਾਚ। ਕਹਿੰਦੇ ਹਨ ਨਿੱਕੇ ਨਿੱਕੇ ਬਾਲ ਪੁੱਤਰ ਪੋਤਰਿਆਂ ਨੂੰ ਵੇਖ ਕੇ, ਨਿੱਕੇ ਨਿੱਕੇ ਬਾਲ ਪੁੱਤਰ ਪੋਤਰਿਆਂ ਨੂੰ ਵੇਖ ਕੇ ਮਨੁੱਖ ਦੇ ਮਨ ਵਿੱਚ ਉਹਨਾਂ ਲਈ ਮੋਹ ਪੈਦਾ ਹੁੰਦਾ ਹੈ। ਧੁਨ ਉਪਜੈ ਮਤਲਬ ਪਿਆਰ, ਧੁਨ ਦਾ ਮਤਲਬ ਪਿਆਰ, ਮੋਹ ਪੈਦਾ ਹੋ ਰਿਹਾ ਹੈ। ਬਿਰਧ ਹੋਇਆ, ਬਿਰਧ ਹੋ ਗਿਆ ਪਰ ਮੋਹ ਅਜੇ ਵੀ ਪ੍ਰਬਲ ਹੈ। ਛੋਟੇ ਛੋਟੇ ਬੱਚਿਆਂ ਨੂੰ ਵੇਖ ਕੇ ਬੜਾ ਮੋਹ ਪਿਆਰ ਪੈਦਾ ਹੁੰਦਾ ਹੈ ਤੇ ਫਿਰ ਹੰਕਾਰ ਕਰਦਾ ਉਹਨਾਂ ਨੂੰ ਵੇਖ ਵੇਖ ਕੇ। ਮਾਨ ਕਰਤ ਨਹੀਂ ਬੂਝੈ, ਹੰਕਾਰ ਕਰਦਾ ਉਹਨਾਂ ਨੂੰ ਵੇਖ ਕੇ, ਮਾਨ ਕਰਦਾ ਹੈ, ਪਰ ਇਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਭ ਕੁਝ ਛੱਡ ਕੇ ਚਲੇ ਜਾਣਾ ਹੈ। ਬਈ ਇਹ ਜਿਹੜਾ ਜੋ ਜੀ ਆ ਰਹੇ ਨੇ ਇਹ ਤੇਰੇ ਨਾਲ ਨਹੀਂ ਨਿਭਣ ਵਾਲੇ, ਛੱਡ ਕੇ ਜਾਣਾ ਤੈਨੂੰ ਪੈਣਾ ਹੀ ਪੈਣਾ ਹੈ। ਮਾਨ ਕਰਤ ਨਹੀਂ ਬੂਝੈ, ਸਮਝਦਾ ਕੋ ਨਹੀਂ, ਮੌਤ ਨਹੀਂ ਚੇਤੇ ਕਰਦਾ। ਉਹ ਆਪਣੇ ਸਰੀਰ ਨੂੰ ਪੱਕਾ ਮੰਨੀ ਬੈਠਾ ਹੈ ਪਰ ਅੱਖਾਂ ਤੋਂ ਦਿਸਣੋਂ ਰਹਿ ਗਿਆ ਹੈ। ਲੋਚਨ ਕਛੂ ਨਾ ਸੂਝੈ, ਬਿਰਤ ਹੋ ਗਿਆ ਹੈ, ਅੱਖਾਂ ਚੋਂ ਦਿਸਣੋਂ ਵੀ ਘਟ ਗਿਆ ਹੈ। ਅੱਖਾਂ ਰਹਿ ਗਈਆਂ ਹਨ, ਕਮਜ਼ੋਰ ਹੋ ਗਈਆਂ ਹਨ। ਫਿਰ ਵੀ ਮਨੁੱਖ ਹੋਰ ਜਿਉਣ ਦੀ ਲਾਲਚਾ ਕਰਦਾ ਹੈ, ਮੌਤ ਨੂੰ ਕਬੂਲ ਨਹੀਂ ਕਰਦਾ। ਲਾਲਚ ਕਰੈ, ਲਾਲਚ ਕਰਦਾ ਜੀਵਨ ਪਦ ਕਾਰਨ ਮੈਂ ਹੋਰ ਜਿਉਂਦਾ ਰਵਾਂ, ਹੋਰ ਜਿਉਂਦਾ ਰਵਾਂ। ਤੇ ਗੁਰੂ ਸਾਹਿਬ ਤੇ ਕਹਿੰਦੇ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਬਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਗੁਰੂ ਸਾਹਿਬ ਦਾ ਸਭ ਤੋਂ ਪਹਿਲਾ ਮੈਥਡ ਇਹ ਹੈ ਕਿ ਪਹਿਲਾਂ ਮਰਨ ਕਬੂਲ, ਮੌਤ ਨੂੰ ਕਬੂਲ ਕਰ। ਆਪਣੇ ਜੀਵਨ ਦੀ ਆਸ ਛੱਡ ਦੇ ਕਿ ਮੈਂ ਜਿਉਂਦਾ ਹੀ ਰਹਿਣਾ ਹੈ। ਸਵਾਸ ਦਾ ਕੋਈ ਪਤਾ ਨਹੀਂ, ਸਵਾਸ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ। ਮੌਤ ਦਾ ਨਹੀਂ ਪਤਾ ਕਿੰਨਾ ਸਮਾਂ ਹੈ। ਅੱਖਾਂ ਤੋਂ ਦਿਸਣੋਂ ਰਹਿ ਗਿਆ ਹੈ, ਫਿਰ ਵੀ ਮਨੁੱਖ ਹੋਰ ਜਿਉਣ ਦੀ ਲਾਲਸਾ ਕਰਦਾ ਹੈ। ਲਾਲਚ ਕਰੈ ਜੀਵਨ ਪਦ ਕਾਰਨ, ਤੇ ਬੰਦੇ ਦੀ ਬਿਰਤੀ ਹੈ ਮਾਇਆ ਨਾਲ ਜੁੜੇ ਹੋਣ ਕਾਰਨ ਇਹ ਜਿਉਣ ਦੀ ਆਸ ਕਰਦਾ ਹੈ, ਉਸ ਪਰਮੇਸ਼ਰ ਨਾਲ ਨਹੀਂ ਜੁੜਦਾ। ਥਾਕਾ ਤੇਜ ਉੱਡਿਆ ਮਨ ਪੰਖੀ, ਘਰ ਆਂਗਨ ਨਾ ਸੁਖਾਈ। ਬੇਣੀ ਕਹੈ ਸੁਨੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਨੇ ਆਖਰਕਾਰ ਸਰੀਰ ਦਾ ਬਲ ਮੁੱਕ ਜਾਂਦਾ, ਤੇਜ ਤਾਕਤ ਜਿਹੜੀ ਸਰੀਰਕ ਬਲ ਖਤਮ ਹੋ ਗਿਆ। ਸਰੀਰ ਤੇ ਉਸ ਤਰ੍ਹਾਂ ਰਹਿੰਦਾ ਹੈ ਲੇਕਿਨ ਤਾਕਤ ਹੈ ਨਹੀਂ ਵਿੱਚ। ਹੱਥ ਪੈਰ ਨੱਕ ਮੂੰਹ ਉਸੇ ਤਰ੍ਹਾਂ ਹੀ ਨੇ ਪਰ ਨਜ਼ਰ ਨਹੀਂ ਰਹੀ, ਹੱਥ ਤਾਂ ਤਾਕਤ ਨਹੀਂ ਰਹੀ, ਉਹ ਬਲ ਹੀ ਨਹੀਂ ਰਿਹਾ। ਤੇ ਜਦੋਂ ਜੀਵ ਪੰਛੀ ਸਰੀਰ ਵਿੱਚੋਂ ਉੱਡ ਜਾਂਦਾ ਹੈ
ਉੱਡਿਆ ਮਨ ਪੰਖੀ, ਜਿਹੜਾ ਪੰਛੀ ਹੈ ਆਤਮਾ ਜਿਹੜਾ ਵਿੱਚੋਂ ਸਰੀਰ ਵਿੱਚੋਂ ਨਿਕਲ ਗਿਆ, ਚਲਾ ਗਿਆ, ਤੇ ਤਦੋਂ ਫਿਰ ਮੁਰਦਾ ਦੇ ਘਰ ਵਿੱਚ ਵਿਹੜੇ ਵਿੱਚ ਪਈ ਹੋਈ ਚੰਗੀ ਨਹੀਂ ਲੱਗਦੀ। ਘਰ ਆਂਗਨ ਨਾ ਸੁਖਾਈ। ਦੇਖੋ ਤੇਜ ਵੀ ਮੁੱਕ ਗਿਆ, ਤਾਕਤ ਵੀ ਮੁੱਕ ਗਿਆ, ਵਿੱਚੋਂ ਸਰੀਰ ਦੇ ਵਿੱਚੋਂ ਪੰਖੀ ਜਦੋਂ ਆਤਮਾ ਨਿਕਲ ਗਿਆ, ਮੁਰਦਾ ਦੇਹੀ ਹੋ ਗਈ। ਹੁਣ ਮੁਰਦਾ ਦੇਹੀ ਉਹਨਾਂ ਬੱਚਿਆਂ ਨੂੰ, ਉਹਨਾਂ ਧੀਆਂ ਪੁੱਤਰਾਂ ਨੂੰ, ਉਹਨਾਂ ਪੋਤਰਿਆਂ ਪੋਤਰੀਆਂ ਨੂੰ ਉਹ ਚੰਗੀ ਨਹੀਂ ਲੱਗਦੀ। ਫਿਰ ਸਾਰੇ ਕਹਿੰਦੇ ਨੇ ਇਹਦਾ ਜਲਦੀ ਕਰੋ, ਛੇਤੀ ਕਰੋ। ਸੁਖਾਂਦੀ ਨਹੀਂ, ਉਹ ਮੁਰਦਾ ਦੇ ਘਰ 'ਚ ਪਈ ਚੰਗੀ ਨਹੀਂ ਲੱਗਦੀ, ਸੁਖਾਂਦੀ ਨਹੀਂ। ਕਹਿੰਦੇ ਨੇ ਛੇਤੀ ਲੈ ਚਲੋ, ਸੰਸਕਾਰ ਕਰਾਈਏ। ਹੁਣ ਬੇਣੀ ਜੀ ਕਹਿੰਦੇ ਹਨ ਕਿ ਸੁਣੋ ਰੇ ਭਗਤੋ, ਭਗਤ ਜਨੋ, ਦੁਨੀਆ ਦੇ ਲੋਕੋ ਸੁਣੋ ਧਿਆਨ ਨਾਲ। ਜੇ ਮਨੁੱਖ ਦਾ ਸਾਰੀ ਜ਼ਿੰਦਗੀ ਵਿੱਚ ਇਹੀ ਹਾਲ ਰਿਹਾ, ਮਾਇਆ ਨਾਲ ਹੀ ਜੁੜੇ ਰਹੇ, ਭਾਵ ਜਿਉਂਦਿਆਂ ਕਿਸੇ ਵੇਲੇ ਵੀ ਵਿਕਾਰਾਂ ਦੇ ਮੋਹ ਤੋਂ ਮੁਕਤੀ ਨਾ ਹੋਈ, ਜੇ ਜਿਉਂਦੇ ਜੀ ਅਸੀਂ ਇਹਨਾਂ ਵਿਕਾਰਾਂ ਨਾਲ ਹੀ ਜੁੜੇ ਰਹੇ ਤੇ ਵਿਕਾਰ ਧਨ ਪਦਾਰਥਾਂ ਨਾਲ ਹੀ ਜੁੜੇ ਰਹੇ, ਮਾਇਆ ਨਾਲ ਹੀ ਜੁੜੇ ਰਹੇ, ਤੇ ਜੇ ਜੀਵਨ ਮੁਕਤ ਨਾ ਹੋਇਆ ਤਾਂ ਇਹ ਸੱਚ ਜਾਣੋ, ਇਹ ਪੱਕੀ ਗੱਲ ਜਾਣੋ ਕਿ ਮਰਨ ਤੋਂ ਪਿੱਛੋਂ ਮੁਕਤੀ ਕਿਸੇ ਨੇ ਨਹੀਂ ਮਿਲਦੀ। ਭਗਤ ਬੇਣੀ ਜੀ ਕਹਿੰਦੇ ਨੇ ਮਰਨ ਤੋਂ ਬਾਅਦ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਇਹ ਜਿਉਂਦੇ ਜੀ ਇਹਨਾਂ ਵਿਕਾਰਾਂ ਤੋਂ ਮੁਕਤੀ ਲੈਣੀ ਹੈ। ਸੋ ਭਗਤ ਜੀ ਇਸ ਸ਼ਬਦ ਵਿੱਚ ਸਾਨੂੰ ਦੱਸਦੇ ਹਨ ਕਿ ਜਿਉਂਦੇ ਜੀ ਇਸਾਂ ਵਿਕਾਰਾਂ ਨੂੰ, ਇਹਨਾਂ ਨੂੰ ਛੱਡਣਾ ਦੀ ਕੋਸ਼ਿਸ਼ ਕਰਨੀ ਹੈ। ਬੁਰਾਈਆਂ ਤੋਂ ਬਚੀਏ, ਚੰਗਿਆਈਆਂ ਹਾਸਲ ਕਰੀਏ। ਚੰਗਿਆਈਆਂ ਗੁਰੂ ਤੋਂ, ਗੁਰੂ ਸ਼ਬਦ ਤੋਂ ਲੈਣੀਆਂ ਹਨ। ਇੱਕ ਸ਼ਬਦ ਹੋਰ ਹੈ ਭਗਤ ਰਵਿਦਾਸ ਜੀ ਦਾ, ਤੋਹੀ ਮੋਹੇ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਭਗਤ ਰਵਿਦਾਸ ਜੀ ਸਿੱਧੀਆਂ ਪਰਮਾਤਮਾ ਦੇ ਨਾਲ ਗੱਲਾਂ ਕਰਦੇ ਹਨ। ਕਹਿੰਦੇ ਹਨ, ਹੇ ਰੱਬਾ, ਤੇਰੀ ਤੇ ਮੇਰੇ ਨਾਲੋਂ, ਮੇਰੀ ਤੇ ਤੇਰੇ ਨਾਲੋਂ ਅਸਲ ਵਿੱਥ ਜਿਹੜੀ ਹੈ ਕਿਹੋ ਜਿਹੀ ਹੈ। ਰੱਬ ਨੂੰ ਕਹਿੰਦੇ ਹਨ, ਤੇਰੀ ਮੇਰੇ ਨਾਲੋਂ ਤੇ ਮੇਰੀ ਤੇਰੇ ਨਾਲੋਂ ਵਿੱਥ ਕਿੰਨੀ ਕੁ ਹੈ, ਕਿਸ ਤਰ੍ਹਾਂ ਦੀ ਹੈ, ਕਿਹੋ ਜਿਹੀ ਹੈ। ਇਸ ਤਰ੍ਹਾਂ ਵਿੱਥ ਹੈ ਜਿਵੇਂ ਕੜਾ ਤੇ ਸੋਨਾ ਹੋਵੇ। ਕਣਕ ਸੋਨਾ, ਕਟਕ ਕੜਾ। ਹੱਥ 'ਚ ਕੜਾ ਪਾਈਦਾ ਸੋਨੇ ਦਾ, ਤੇ ਸੋਨੇ ਦਾ ਕੜਾ ਹੈ, ਤੇ ਕੜਾ ਵੀ ਸੋਨੇ ਦਾ ਹੈ, ਕੜਾ ਤੇ ਸੋਨਾ ਵੀ ਸੋਨਾ ਹੈ। ਤੇ ਕਹਿੰਦੇ ਹਨ ਉਹ ਜਿਹੀ ਵਿੱਥ ਹੈ ਜਿਹੋ ਜਿਹੀ ਸੋਨੇ ਤੇ ਕੜੇ ਵਿੱਚ ਹੈ। ਹੁਣ ਕੜਾ ਪਾਇਆ ਹੋਵੇਗਾ ਤੇ ਆਖਿਆ ਕੜਾ ਪਾਇਆ ਹੈ, ਤੇ ਸੋਨਾ ਹੈ ਤੇ ਸੋਨੇ ਦਾ ਹੀ ਹੈ। ਮਤਲਬ ਕਹਿਣ ਦਾ ਕਿ ਪਰਮਾਤਮਾ ਤੇ ਪਰ ਆਤਮਾ ਵਿੱਚ ਕੋਈ ਵਿੱਥ ਨਹੀਂ ਹੈਗੀ, ਥੋੜੀ ਵਿੱਥ ਹੈ, ਸਿਰਫ ਆਖਣ ਦਾ ਫਰਕ ਹੈ। ਆਖਣ ਦਾ ਫਰਕ ਹੈ। ਆਤਮਾ ਤੇ ਪਰਮਾਤਮਾ ਇੱਕ ਹੀ ਚੀਜ਼ ਹੈ। ਇਹ ਆਤਮਾ ਪਰਮਾਤਮਾ ਦਾ ਅੰਸ਼ ਹੈ। ਕਹੋ ਨਾਨਕ ਹਮ ਰਾਮ ਕੇ ਅੰਸ਼। ਅਸੀਂ ਪਰਮਾਤਮਾ ਦਾ ਪਾਰਟ ਆਫ ਗੋਡ, ਅਸੀਂ ਪਰਮਾਤਮਾ ਦਾ ਹਿੱਸਾ ਹਾਂ। ਰਵਿਦਾਸ ਜੀ ਕਹਿੰਦੇ ਨੇ, ਕਨਕ ਕਟਕ ਜਲ ਤਰੰਗ ਜੈਸਾ। ਜਲ ਤੇ ਤਰੰਗ, ਹੁਣ ਸਮੁੰਦਰ ਦੀ ਲਹਿਰ ਹੈ। ਇੱਕ ਸਮੁੰਦਰ ਹੈ, ਉਹ ਪਰਮੇਸ਼ਰ ਹੈ, ਤੇ ਤਰੰਗ ਹੈ, ਉਹ ਅਸੀਂ ਜੀਵ ਹਾਂ। ਸਮੁੰਦਰ 'ਚ ਅਨੇਕਾਂ ਹਜ਼ਾਰਾਂ ਲੱਖਾਂ ਤਰੰਗਾਂ ਉੱਡਦੀਆਂ ਹਨ, ਫਿਰ ਵਿੱਚੇ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਸੰਸਾਰ ਸਮੁੰਦਰ ਦੇ ਵਿੱਚ, ਸੰਸਾਰ ਉਸ ਪਰਮੇਸ਼ਰ ਦਾ ਬਣਾਇਆ ਹੈ ਤੇ ਪਰਮਾਤਮਾ ਦਾ ਹਿੱਸਾ ਹਾਂ। ਅਸੀਂ ਜੀਵ ਲਹਿਰਾਂ ਰੂਪ ਹਾਂ। ਅਸੀਂ ਲਹਿਰਾਂ ਉਸ ਪਰਮੇਸ਼ਰ ਤੋਂ ਆਉਂਦੀਆਂ ਹਨ ਤੇ ਪਰਮੇਸ਼ਰ ਵਿੱਚ ਹੀ ਮਿਲ ਜਾਂਦੀਆਂ ਹਨ। ਕਹਿੰਦੇ ਹਨ ਰਵਿਦਾਸ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇੰਨਾ ਕੁ ਅੰਤਰ ਹੈ ਜਿਵੇਂ ਕੜੇ ਦਾ ਸੋਨੇ ਨਾਲ ਅੰਤਰ ਹੈ, ਭਾਵ ਸੋਨੇ ਦਾ ਹੀ ਕੜਾ ਹੈ। ਇੰਨਾ ਕੁ ਅੰਤਰ ਹੈ ਜਿਵੇਂ ਸਮੁੰਦਰ ਦੀ ਲਹਿਰ ਦਾ ਸਮੁੰਦਰ ਨਾਲ ਅੰਤਰ ਹੈ। ਉਹ ਸਮੁੰਦਰ ਵੀ
ਸਮੁੰਦਰ, ਲਹਿਰ ਵੀ ਸਮੁੰਦਰ ਹੈ ਤੇ ਸਮੁੰਦਰ ਵੀ ਸਮੁੰਦਰ ਹੈ, ਕੋਈ ਅੰਤਰ ਨਹੀਂ ਭਾਵ। ਕਨਕ ਕਟਕ ਜਲ ਤਰੰਗ ਜੈਸਾ। ਹੁਣ ਕਹਿੰਦੇ ਨੇ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਹੁਣ ਕਹਿੰਦੇ ਹਨ ਹੇ ਬੇਅੰਤ ਪ੍ਰਭੂ ਅਹੇ ਅਨੰਤਾ, ਹੇ ਬੇਅੰਤ ਪ੍ਰਭੂ, ਸਾਰੇ ਜੀਵਾਂ 'ਚ ਸਮਾਏ ਹੋਏ ਪ੍ਰਭੂ, ਜੇ ਅਸੀਂ ਜੀਵਨ ਪਾਪ ਨਾ ਕਰਦੇ, ਹਮ ਨਾ ਪਾਪ ਕਰੰਤਾ, ਜੇ ਅਸੀਂ ਜੀਵ ਪਾਪ ਨਾ ਕਰਦੇ ਤੇ ਤੈਨੂੰ ਪਤਤ ਪਾਵਨ ਨਾਮ ਕੈਸੇ ਹੁੰਤਾ, ਤੇਰਾ ਨਾਮ ਪਤਤਾ ਨੂੰ ਪਵਿੱਤਰ ਕਰਨ ਵਾਲਾ ਕਿਵੇਂ ਪੈ ਜਾਂਦਾ। ਅਸੀਂ ਪਾਪ ਕੀਤਾ ਤੇ ਕਰ ਬੈਠੇ ਭੁੱਲ ਕੇ, ਤੇ ਤਾਂ ਹੀ ਤੇਰਾ ਨਾਮ ਪਿਆ ਬਈ ਪਤਤਾ ਨੂੰ ਪਾਪ ਪਵਿੱਤਰ ਕਰਨ ਵਾਲਾ ਹੈ, ਪਾਵਨ ਕਰਨ ਵਾਲਾ ਹੈ। ਅੱਗੇ ਕਹਿੰਦੇ ਹਨ ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਰਵਿਦਾਸ ਜੀ ਕਹਿੰਦੇ ਹਨ ਕਿ ਹੇ ਸਾਡੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਅੰਤਰਜਾਮੀ, ਹੇ ਸਾਡੇ ਦਿਲ ਦੀ ਜਾਣਨ ਵਾਲੇ ਪ੍ਰਭੂ, ਤੂੰ ਜੋ ਸਾਡਾ ਮਾਲਕ ਹੈ ਤਾਂ ਫਿਰ ਮਾਲਕਾਂ ਵਾਲਾ ਬਿਰਦ ਪਾਲ। ਜੇ ਸਾਡਾ ਮਾਲਕ ਹੀ ਹੈ ਤੇ ਮਾਲਕਾਂ ਵਾਲਾ ਮਾਲਕ ਬਣ ਕੇ ਰਹੋ, ਸਾਨੂੰ ਮਾਲਕਾਂ ਵਾਲਾ ਬਿਰਦ, ਮਾਲਕਾਂ ਵਾਲਾ ਕੰਮ ਕਰ, ਆਪਣੇ ਪਤਤ ਪਾਵਨ ਨਾਮ ਦੀ ਲਾਜ ਰੱਖ। ਜੋ ਤੁਮ ਜੋ ਨਾਇਕ, ਨਾਇਕ ਮੈਂ ਨਾ ਆਗੂ, ਸਿੱਧੇ ਰਾਹ ਪਾਉਣ ਵਾਲਾ, ਤਾਰਨ ਵਾਲਾ। ਆਛੋ ਮੈਂ ਨਾ ਤੂੰ ਹੈ, ਤੂੰ ਮਾਲਕ ਹੈ ਸਾਡਾ, ਸਾਨੂੰ ਤਾਰਨ ਵਾਲਾ ਹੈ, ਅੰਤਰਜਾਮੀ ਹੈ, ਤੇ ਪਤਤ ਪਾਵਨ ਦੀ ਲਾਜ ਰੱਖ। ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਹੁਣ ਮਾਲਕ ਨੂੰ ਵੇਖ ਕੇ ਇਹ ਪਛਾਣ ਲਈਦਾ ਹੈ ਕਿ ਇਸ ਦਾ ਸੇਵਕ ਕਿਹੋ ਜਿਹਾ ਹੈ। ਪ੍ਰਭ ਤੇ ਪ੍ਰਭੂ ਨੂੰ ਵੇਖ ਕੇ ਜਨ ਜਨੀਜੈ, ਉਹਦਾ ਸੇਵਕ ਵੇਖ ਲਈਦਾ ਵਾ, ਇਹ ਫਲਾਣੇ ਦਾ ਸੇਵਕ ਹੈ, ਉਹਦੇ ਵਰਗਾ ਹੀ ਹੋਣਾ ਹੈ, ਜਾਣਿਆ ਜਾ ਸਕਦਾ ਹੈ। ਫਲਾਣੇ ਕੋਲੋਂ ਕੰਮ ਸਿੱਖਿਆ, ਫਲਾਣੇ ਵਰਗਾ ਹੀ ਹੋਏਗਾ। ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਪਰ ਸੇਵਕ ਤੋਂ ਹੀ ਮਾਲਕ ਦੀ ਪਰਖ ਹੁੰਦੀ ਹੈ। ਜੇ ਅਸੀਂ ਭੈੜੇ ਹੋਵਾਂਗੇ ਤੇ ਫਿਰ ਤੈਨੂੰ ਲੋਕੀ ਭੈੜਾ ਆਖਣਗੇ, ਜੇ ਸਾਨੂੰ ਤੂੰ ਚੰਗਾ ਬਣਾ ਦੇਂਗਾ ਤੇ ਆਪੇ ਤੇਰੀ ਵੀ ਵਡਿਆਈ ਹੋ ਜਾਏਗੀ। ਪ੍ਰਭ ਤੇ ਜਨ ਜਨੀਜੈ ਜਨ ਤੇ ਸੁਆਮੀ। ਸਰੀਰ ਅਰਾਧੈ ਮੋਹ ਕੋ ਵਿਚਾਰ ਦੇਹੋ, ਰਵਿਦਾਸ ਸਮਦਲ ਸਮਝਾਵੈ ਕੋ। ਸੋ ਕਹਿੰਦੇ ਹੇ ਪ੍ਰਭੂ, ਮੈਨੂੰ ਇਹ ਸੂਝ ਬਖਸ਼, ਇਹ ਅਕਲ ਬਖਸ਼, ਜਦ ਤਾਈਂ ਮੇਰਾ ਇਹ ਸਰੀਰ ਸਾਬਤ ਹੈ, ਸਰੀਰ ਅਰਾਧਾ ਹੈ, ਤਦ ਤਾਈਂ ਮੈਂ ਤੇਰਾ ਸਿਮਰਨ ਕਰਦਾ ਰਵਾਂ। ਮੈਨੂੰ ਇਹੋ ਜਿਹੀ ਬਖਸ਼ਿਸ਼ ਕਰ। ਜਿੰਨਾ ਚਿਰ ਮੇਰਾ ਸਰੀਰ ਰਵੇ, ਇਹ ਜਿਉਂਦਾ ਹੈ, ਓਨਾ ਚਿਰ ਤੂੰ, ਮੈਂ ਤੇਰਾ ਸਿਮਰਨ ਕਰਦਾ ਰਹਾਂ, ਤੈਨੂੰ ਚੇਤੇ ਰੱਖਾਂ, ਭੁੱਲ ਨਾ ਜਾਵਾਂ। ਤੇ ਇਹ ਵੀ ਮਿਹਰ ਕਰ ਰਵਿਦਾਸ ਨੂੰ ਕੋਈ ਸੰਤ ਜਨ ਇਹ ਸਮਝ ਵੀ ਦੇ ਦੇਵੇ ਕਿ ਤੂੰ ਸਰਵ ਵਿਆਪਕ ਹੈ। ਰਵਿਦਾਸ ਸਮਦਲ, ਪਰ ਰਵਿਦਾਸ ਨੂੰ ਇਹ ਵੀ ਸਮਝ ਪਾ ਦੇ ਕਿ ਤੂੰ ਰੱਬਾ ਸਭ ਦੇ ਵਿੱਚ ਵਿਆਪਕ ਹੈ, ਇੱਕੋ ਜਿਹਾ ਹੈ। ਕੋਈ ਸੰਤ ਜਨ ਮੈਨੂੰ ਸਮਝਾ ਵੀ ਦੇਵੇ ਤੇ ਮੈਂ ਜਿੰਨਾ ਚਿਰ ਜਵਾਂ ਤੇਰਾ ਹੀ ਨਾਮ ਚੇਤੇ ਕਰਦਾ ਰਹਾਂ। ਸੋ ਭਗਤ ਰਵਿਦਾਸ ਜੀ ਅਖੀਰ ਤੇ ਆਪਣਾ ਨਿਰਣਾ ਦੱਸਦੇ ਹਨ, ਮੰਗਦੇ ਹਨ ਉਸ ਪਰਮੇਸ਼ਰ ਕੋਲੋਂ, ਸਰੀਰ ਅਰਾਧੈ ਮੋਕੋ ਵਿਚਾਰ ਦਿਓ, ਰਵਿਦਾਸ ਸਮਦਲ ਸਮਝਾਵੈ ਕੋ। ਬਈ ਕਹਿੰਦੇ ਹਨ ਰੱਬਾ, ਜਿੰਨਾ ਚਿਰ ਮੈਂ ਸਰੀਰ ਵਿੱਚ ਰਵਾਂ, ਤੇਰਾ ਨਾਮ ਚੇਤੇ ਕਰਦਾ ਰਵਾਂ, ਤਾਂ ਮੈਨੂੰ ਇਹ ਵੀ ਕੋਈ ਸਮਝਾ ਦੇਵੇ ਕਿ ਮੈਨੂੰ ਸਾਰਿਆਂ ਵਿੱਚ ਤੂੰ ਹੀ ਦਿਸੇ। ਸੋ ਇੱਥੇ ਹੀ
ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ क्षमा करना शब्द गुरु दा है। अपने अपने हिरदे रूप झोली विच अंतर आत्मे विच पा के लै जाना। सो इत्थे ही समाप्ति है। वाहिगुरु जी का खालसा, वाहिगुरु जी की फतेह।